ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹੋ ਮੈਂ ਪਾਈ। ਹਰੇਕ ਜੀਵ ਦੇ ਅੰਦਰ ਅਦ੍ਰਿਸ਼ਟ ਪ੍ਰਭੂ ਜੀ ਵੱਸਦਾ ਹੈ, ਪਰ ਜੀਵ ਨੂੰ ਇਹ ਸਮਝ ਨਹੀਂ ਆ ਸਕਦੀ, ਕਿਉਂਕਿ ਜੀਵ ਦੇ ਅੰਦਰ ਹਉਮੈ ਦਾ ਪਰਦਾ ਪਿਆ ਹੋਇਆ ਹੈ ਜੀ। ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਈ। ਸਾਰਾ ਜਗਤ ਹੀ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਹੈ, ਦਸ ਜੀਵ ਦੀ ਇਹ ਭਟਕਣਾ ਕਿਵੇਂ ਦੂਰ ਹੋਵੇ ਜੀ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਆਤਮਾ ਤੇ ਪਰਮਾਤਮਾ ਦੀ ਇੱਕੋ ਹੀ ਸੰਗਤ ਹੈ, ਦੋਵੇਂ ਇੱਕੋ ਹੀ ਹਿਰਦੇ ਘਰ ਵਿੱਚ ਵਸਦੇ ਹਨ, ਪਰ ਆਪੋ ਵਿੱਚ ਮਿਲ ਕੇ ਕਦੇ ਗੱਲ ਨਹੀਂ ਕਰਦੇ ਜੀ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਗੋਚਰ ਠਾਈ। ਇੱਕ ਨਾਮ ਪਦਾਰਥ ਤੋਂ ਬਿਨਾਂ ਜੀਵ ਦੇ ਪੰਜੇ ਗਿਆਨ ਇੰਦਰੀ ਦੁਖੀ ਰਹਿੰਦੇ ਹਨ। ਉਹ ਨਾਮ ਪਦਾਰਥ ਜਿਹੇ ਥਾਂ ਵਿੱਚ ਹੈ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਜੀ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੁੰਪਾਈ। ਜਿਸ ਹਰੀ ਦਾ ਇਹ ਬਣਾਇਆ ਹੋਇਆ ਸਰੀਰ ਘਰ ਹੈ, ਉਸਨੇ ਹੀ ਮੋਹ ਦਾ ਜਿੰਦਰਾ ਮਾਰਿਆ ਹੋਇਆ ਹੈ ਤੇ ਕੁੰਜੀ ਗੁਰੂ ਜੀ ਨੂੰ ਸੌਂਪ ਦਿੱਤੀ ਹੈ ਜੀ। ਅਨਿਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨ ਆਈ। ਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ ਜੀਵ ਹੋਰ ਅਨੇਕਾਂ ਹੀਲੇ ਕਰਦਾ ਹੈ, ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਜੀ ਨੂੰ ਨਹੀਂ ਲੱਭ ਸਕਦਾ ਜੀ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ। ਹੇ ਸਤਿਗੁਰੂ ਜੀ, ਜਿਨ੍ਹਾਂ ਦੇ ਮਾਇਆ ਦੇ ਬੰਧਨ ਤੂੰ ਕੱਟ ਦਿੱਤੇ ਹਨ, ਉਹਨਾਂ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਭੂ ਜੀ ਨਾਲ ਪ੍ਰੀਤ ਬਣਾਈ ਹੈ ਜੀ। ਪੰਜ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਭਾਈ। ਹੇ ਨਾਨਕ, ਉਹਨਾਂ ਦੇ ਪੰਜੇ ਗਿਆਨ ਇੰਦਰੀਆਂ ਨੇ ਮਿਲ ਕੇ ਸਿਫਤ ਸਲਾਹ ਦਾ ਗੀਤ ਗਾਇਆ। ਹੇ ਭਾਈ, ਉਹਨਾਂ ਵਿੱਚ ਤੇ ਹਰੀ ਵਿੱਚ ਕੋਈ ਵਿਥ ਨਾ ਰਹਿ ਗਈ ਜੀ। ਮੇਰੇ RAM ਰਾਏ ਇਨ ਵਿਦ ਮਿਲੇ ਗੁਸਾਈ। ਹੇ ਮੇਰੇ ਪ੍ਰਭੂ ਜੀ ਪਾਤਸ਼ਾਹ, ਇਹਨਾਂ ਤਰੀਕਿਆਂ ਨਾਲ ਧਰਤੀ ਦਾ ਖਸਮ ਪ੍ਰਮਾਤਮਾ ਮਿਲਦਾ ਹੈ ਜੀ। ਸਹਿਜ ਭਿਆ ਪ੍ਰਮ ਖਿਨ ਮਹਿ ਨਾਠਾ, ਮਿਲ ਜੋਤੀ ਜੋਤ ਸਮਾਈ। ਰਹਾਉ ਦੂਜਾ, ਜਿਸ ਮਨੁੱਖ ਨੂੰ ਆਤਮਿਕ ਡੋਲਤਾ ਪ੍ਰਾਪਤ ਹੋ ਗਈ ਹੈ, ਉਸ ਦੀ ਮਾਇਆ ਦੀ ਖਾਤਰ ਭਟਕਣਾ ਇੱਕ ਖਿਨ ਵਿੱਚ ਦੂਰ ਹੋ ਗਈ ਹੈ। ਉਸ ਦੀ ਜੋਤ ਪ੍ਰਭੂ ਜੀ ਵਿੱਚ ਮਿਲ ਕੇ ਪ੍ਰਭੂ ਜੀ ਵਿੱਚ ਲੀਨ ਹੋ ਗਈ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਐਸੋ ਪਰਚੋ ਪਾਇਓ, ਪਰਮਾਤਮਾ ਜੀ ਨਾਲ ਮੇਰੀ ਇਹੋ ਜਿਹੀ ਸਾਂਝ ਬਣ ਗਈ ਹੈ ਜੀ। ਕਰੀ ਕਿਰਪਾ ਦਿਆਲ ਬੀਠੁਲੈ, ਸਤਿਗੁਰ ਮੁਝੇ ਬਤਾਇਓ। ਰਹਾਉ ਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਜੀ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਜੀ ਦਾ ਪਤਾ ਦੱਸ ਦਿੱਤਾ ਜੀ। ਜਤ ਕਤ ਦੇਖੋ ਤਤ ਤਤ ਤੁਮ ਹੀ, ਮੋਹੇ ਇਹੋ ਵਿਸ਼ਵਾਸ ਹੋਏ ਆਇਓ। ਗੁਰੂ ਜੀ ਦੀ ਸਹਾਇਤਾ ਨਾਲ ਹੁਣ ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿੱਧਰ ਦੇਖਦਾ ਹਾਂ, ਹੇ ਪ੍ਰਭੂ ਜੀ, ਮੈਨੂੰ ਤੂੰ ਹੀ ਤੂੰ ਦਿਸਦਾ ਹੈ ਜੀ। ਕਹਿ ਪੈ ਕਰੋ ਅਰਦਾਸ ਬੇਨਤੀ, ਜੋ ਸੁਣਤੋ ਹੈ ਰਘੁਰਾਇਓ। ਮੈਨੂੰ ਯਕੀਨ ਹੋ ਗਿਆ ਹੈ ਕਿ ਜਦੋਂ ਪ੍ਰਮਾਤਮਾ ਜੀ ਆਪ ਜੀਵਾਂ ਦੀ ਅਰਦਾਸ ਬੇਨਤੀ ਸੁਣਦਾ ਹੈ, ਤਾਂ ਮੈਂ ਉਸ ਤੋਂ ਬਿਨਾਂ ਹੋਰ ਕਿਸ ਦੇ ਪਾਸ ਅਰਜ਼ੋਈ ਕਰਾਂ, ਬੇਨਤੀ ਕਰਾਂ ਜੀ। ਲਹਿਓ ਸਾਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਗੁਰੂ ਜੀ ਨੇ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ, ਉਸ ਦਾ ਸਾਰਾ ਸਹਿਮ ਫਿਕਰ ਦੂਰ ਹੋ ਗਿਆ। ਤਦੋਂ ਉਸਨੇ ਸਦਾ ਲਈ ਆਤਮਿਕ ਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ ਜੀ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁੱਖ ਕਹਾਂ ਦਿਖਾਇਓ। ਉਸਨੂੰ ਯਕੀਨ ਬਣ ਗਿਆ ਕਿ ਪ੍ਰਭੂ ਜੀ ਦੀ ਰਜ਼ਾ ਅਨੁਸਾਰ ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ। ਉਸਦੇ ਹੁਕਮ ਤੋਂ ਬਿਨਾਂ ਕੋਈ ਸੁੱਖ ਜਾਂ ਕੋਈ ਦੁੱਖ ਕਿਤੇ ਵੀ ਦਿਖਾਲੀ ਨਹੀਂ ਦੇ ਸਕਦਾ ਜੀ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਗੁਰੂ ਜੀ ਨੇ ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ ਪਰਦਾ ਖੋਲ ਕੇ ਪ੍ਰਮਾਤਮਾ ਜੀ ਦਾ ਦਰਸ਼ਨ ਕਰਾ ਦਿੱਤਾ ਹੈ, ਉਸ ਨੂੰ ਪ੍ਰਮਾਤਮਾ ਹੀ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਇੱਕੋ ਟਿਕਾਣਾ ਦਿਸਦਾ ਹੈ ਜੀ। ਨੌ ਨਿਧ ਨਾਮ ਨਿਧਾਨ ਇੱਕ ਠਾਈ, ਤੋਂ ਬਾਹਰ ਕੈਠੈ ਜਾਇਓ। ਜਿਸ ਮਨੁੱਖ ਦੇ ਹਿਰਦੇ ਵਿੱਚ ਹੀ ਗੁਰੂ ਜੀ ਦੀ ਕਿਰਪਾ ਨਾਲ ਜਗਤ ਦੇ 9 ਹੀ ਖਜ਼ਾਨਿਆਂ ਦਾ ਰੂਪ ਪ੍ਰਭੂ ਜੀ ਨਾਮ ਖਜ਼ਾਨਾ ਆ ਵਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ ਜੀ। ਏਕੈ ਕਨਿਕ ਅਨੇਕ ਭਾਂਤ ਸਾਜੀ, ਬਹੁ ਪ੍ਰਕਾਰ ਰਚਾਇਓ। ਜਿਵੇਂ ਇੱਕ ਸੋਨੇ ਤੋਂ ਸੁਨਿਆਰੇ ਨੇ ਗਹਿਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪ੍ਰਮਾਤਮਾ ਜੀ ਨੇ ਕਈ ਕਿਸਮਾਂ ਦੀ ਇਹ ਜਗਤ ਰਚਨਾ ਰਚ ਦਿੱਤੀ ਜੀ। ਕਹੋ ਨਾਨਕ ਭਰਮ ਗੁਰ ਖੋਈ ਹੈ,
ਇਵ ਤਤੈ ਤਤ ਮਿਲਾਇਓ। ਹੇ ਨਾਨਕ, ਗੁਰੂ ਜੀ ਨੇ ਜਿਸ ਮਨੁੱਖ ਦਾ ਭਰਮ ਭੁਲੇਖਾ ਦੂਰ ਕਰ ਦਿੱਤਾ ਹੈ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ ਮੂਲ ਤੱਤ ਪ੍ਰਭੂ ਵਿੱਚ ਮਿਲਦਾ ਦਿਸਦਾ ਹੈ, ਜਿਵੇਂ ਅਨੇਕਾਂ ਰੂਪਾਂ ਦੇ ਗਹਿਣੇ ਮੁੜ ਸੋਨੇ ਵਿੱਚ ਹੀ ਮਿਲ ਜਾਂਦੇ ਹਨ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚੀ ਹੋਈ ਇਹ ਪਵਿੱਤਰ ਬਾਣੀ ਹੈ ਜੀ। ਔਦ ਘਟੈ ਦਿਨਸ ਰਹਿਣਾ ਰੇ। ਹੇ ਭਾਈ, ਤੇਰੀ ਉਮਰ ਇੱਕ ਇੱਕ ਦਿਨ ਇੱਕ ਇੱਕ ਰਾਤ ਕਰਕੇ ਘਟਦੀ ਜਾ ਰਹੀ ਹੈ ਜੀ। ਮਨ ਗੁਰਮਿਲ ਕਾਜ ਸਵਾਰੇ ਰਹਾਉ। ਹੇ ਮਨ, ਜਿਸ ਕੰਮ ਲਈ ਤੂੰ ਜਗਤ ਵਿੱਚ ਆਇਆ ਹੈ, ਆਪਣੇ ਉਸ ਕੰਮ ਨੂੰ ਗੁਰੂ ਜੀ ਨੂੰ ਮਿਲ ਕੇ ਸਿਰੇ ਚਾੜ ਜੀ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਹੇ ਮੇਰੇ ਮਿੱਤਰ, ਸੁਣ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ। ਇਹ ਮਨੁੱਖਾ ਜਨਮ ਸੰਤਾਂ ਦੀ ਟਹਿਲ ਕਰਨ ਦਾ ਸਮਾਂ ਹੈ ਜੀ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਹਰ ਨਾਮ ਦਾ ਲਾਭ ਖੱਟ ਕੇ ਤੁਰੋ, ਪਰਲੋਕ ਵਿੱਚ ਸੌਖਾ ਵਾਸ ਪ੍ਰਾਪਤ ਹੋਵੇਗਾ ਜੀ। ਇਹ ਸੰਸਾਰ ਵਿਕਾਰ ਸਹਿਸੇ ਮਹਿ, ਤਰਿਓ ਬ੍ਰਹਮ ਗਿਆਨੀ। ਇਹ ਜਗਤ ਵਿਕਾਰ ਰੂਪ ਬਣਿਆ ਪਿਆ ਹੈ, ਵਿਕਾਰਾਂ ਨਾਲ ਭਰਪੂਰ ਹੈ। ਵਿਕਾਰਾਂ ਵਿੱਚ ਫਸ ਕੇ ਜੀਵ ਚਿੰਤਾ ਫਿਕਰ ਵਿੱਚ ਡੁੱਬੇ ਰਹਿੰਦੇ ਹਨ। ਜਿਸ ਮਨੁੱਖ ਨੇ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ, ਉਹ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਜਾਂਦਾ ਹੈ ਜੀ। ਜਿਸੇ ਜਗਾਏ ਪਿਆਏ ਹਰ ਰਸ, ਅਕਥ ਕਥਾ ਤਿਨ ਜਾਨੀ। ਜਿਸ ਮਨੁੱਖ ਨੂੰ ਪ੍ਰਮਾਤਮਾ ਵਿਕਾਰਾਂ ਦੀ ਨੀਂਦ ਵਿੱਚੋਂ ਸੁਚੇਤ ਕਰਦਾ ਹੈ, ਉਸ ਨੂੰ ਆਪਣਾ ਹਰ ਨਾਮ ਰਸ ਪਿਲਾਉਂਦਾ ਹੈ। ਉਸ ਮਨੁੱਖ ਨੇ ਫਿਰ ਉਸ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਨਾਲ ਡੂੰਘੀ ਸਾਂਝ ਪਾ ਲਈ ਹੈ, ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਜਾਂ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਜਿਸ ਨਾਮ ਪਦਾਰਥ ਦੇ ਖਰੀਦਣ ਵਾਸਤੇ ਜਗਤ ਵਿੱਚ ਆਏ ਹੋ, ਉਹ ਸੌਦਾ ਖਰੀਦੋ ਜੀ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਮਾਤਮਾ ਜੀ ਦਾ ਵਾਸ ਮਨ ਵਿੱਚ ਹੋ ਸਕਦਾ ਹੈ। ਗੁਰੂ ਜੀ ਦੀ ਸ਼ਰਨ ਪੈ ਕੇ ਆਤਮਿਕ ਡੋਲਤਾ ਦੇ ਆਨੰਦ ਵਿੱਚ ਟਿਕ ਕੇ ਆਪਣਾ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਟਿਕਾਣਾ ਲੱਭੋ। ਇਸ ਤਰ੍ਹਾਂ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲੇਗਾ ਜੀ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਹੇ ਅੰਤਰਜਾਮੀ ਪ੍ਰਭੂ ਜੀ, ਸਰਬ ਵਿਆਪਕ ਕਰਤਾਰ ਜੀ, ਮੇਰੇ ਮਨ ਦੀ ਸ਼ਰਧਾ ਪੂਰੀ ਕਰ ਜੀ। ਨਾਨਕ ਦਾਸ ਇਹੀ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਤੇਰਾ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਰਾਖ ਪਿਤਾ ਪ੍ਰਭ ਮੇਰੇ। ਹੇ ਮੇਰੇ ਮਿੱਤਰ ਪ੍ਰਭੂ ਜੀ, ਮੈਨੂੰ ਗੁਣਹੀਨ ਨੂੰ ਬਚਾ ਲੈ ਜੀ। ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ। ਸਾਰੇ ਗੁਣ ਤੇਰੇ ਬਸ ਵਿੱਚ ਹਨ, ਜਿਸ ਤੇ ਮਿਹਰ ਕਰੇ ਉਸੇ ਨੂੰ ਮਿਲਦੇ ਹਨ। ਮੈਨੂੰ ਵੀ ਆਪਣੇ ਗੁਣ ਬਖਸ਼ ਤੇ ਔਗੁਣਾਂ ਤੋਂ ਬਚਾ ਲੈ ਜੀ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ। ਇਹ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ ਜੀ, ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ ਜੀ। ਖੇਦ ਕਰਹਿ ਅਰ ਬਹੁਤ ਸੰਤਾਪ ਹੈ, ਆਇਓ ਸ਼ਰਨ ਤੁਹਾਰੇ। ਮੇਰੀ ਸਹਾਇਤਾ ਕਰ, ਮੈਂ ਤੇਰੀ ਸ਼ਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦਿੰਦੇ ਹਨ ਤੇ ਬਹੁਤ ਸਤਾਉਂਦੇ ਹਨ ਜੀ। ਕਰ ਕਰ ਹਾਰਿਓ ਅਨੇਕ ਬਹੁ ਭਾਂਤੀ, ਛੋੜਹਿ ਕਤਹੂ ਨਾਹੀ। ਹੇ ਪਿਤਾ ਜੀ, ਹੇ ਪ੍ਰਭੂ ਜੀ, ਇਹਨਾਂ ਪੰਜਾਂ ਬਖਾਦੀਆਂ ਤੋਂ ਬਚਣ ਲਈ ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਯਤਨ ਕਰ ਕਰਕੇ ਥੱਕ ਗਿਆ ਹਾਂ। ਇਹ ਕਿਸੇ ਤਰ੍ਹਾਂ ਵੀ ਮੇਰੀ ਖਲਾਸੀ ਨਹੀਂ ਕਰ ਰਚਦਾ ਹੈ ਜੀ। ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ। ਇੱਕ ਇਹ ਗੱਲ ਸੁਣ ਕੇ ਕਿ ਸਾਧ ਸੰਗਤ ਵਿੱਚ ਰਿਹਾ, ਇਹ ਮੁੱਕ ਜਾਂਦੇ ਹਨ ਕਿ ਮੈਂ ਤੇਰੀ ਸਾਧ ਸੰਗਤ ਦਾ ਆਸਰਾ ਲਿਆ ਹੈ ਜੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਸਾਧ ਸੰਗਤ ਵਿੱਚ ਕਿਰਪਾ ਕਰਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ ਜੀ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਸੰਤਾਂ ਨੇ ਮੈਨੂੰ ਇਹਨਾਂ ਪੰਜਾਂ ਬਖਾਦੀਆਂ ਤੋਂ ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿੱਚ
ਧਾਰਿਆ ਹੈ ਜੀ। ਜੀਤ ਲਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ। ਗੁਰੂ ਜੀ ਦੀ ਆਤਮਿਕ ਡੋਲਤਾ ਦੇਣ ਵਾਲੀ ਬਾਣੀ ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ ਜੀ। ਕਹੋ ਨਾਨਕ ਮਨ ਭਿਆ ਪਰਗਾਸਾ ਪਾਇਆ ਪਦ ਨਿਰਵਾਣੀ। ਇਹ ਨਾਨਕ ਹੁਣ ਮੇਰੇ ਮਨ ਵਿੱਚ ਆਤਮਿਕ ਚਾਨਣ ਹੋ ਗਿਆ ਹੈ। ਮੈਂ ਉਹ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਹੈ ਜਿੱਥੇ ਕੋਈ ਵਾਸ਼ਨਾ ਨਹੀਂ ਪੋ ਸਕਦੀ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵਾਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਹੈ ਜੀ। ਉਹ ਅਬਨਾਚੀ ਰਾਇਆ। हे ਪ੍ਰਭੂ ਜੀ, ਤੂੰ ਇੱਕ ਉਹ ਰਾਜਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ ਹੈ ਜੀ। ਨਿਰਭਉ ਸੰਗ ਤੁਮਾਰੇ ਬਸਤੇ ਇਹੋ ਡਰਨ ਕਹਾਂ ਤੇ ਆਇਆ। ਰਹਾਓ, ਜਿਹੜੇ ਜੀਵ ਤੇਰੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਉਹ ਨਿਡਰ ਹੋ ਜਾਂਦੇ ਹਨ। ਉਹਨਾਂ ਨੂੰ ਕਿਤੋਂ ਵੀ ਕੋਈ ਡਰ ਖੌਫ ਨਹੀਂ ਆਉਂਦਾ ਜੀ। ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨੀ ਮਾਨੋ। हे ਪ੍ਰਭੂ ਜੀ, ਤੇਰੇ ਚਰਨਾਂ ਵਿੱਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ ਇੱਕ ਮਨੁੱਖ ਦੇ ਸਰੀਰ ਵਿੱਚ ਤੂੰ ਆਪ ਹੀ ਅਹੰਕਾਰੀ ਬਣਿਆ ਹੈ ਤੇ ਇੱਕ ਹੋਰ ਸਰੀਰ ਵਿੱਚ ਤੂੰ ਮਾਣ ਰਹਿਤ ਹੰਕਾਰ ਰਹਿਤ ਹੈ ਜੀ। ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ। ਇੱਕ ਸਰੀਰ ਵਿੱਚ ਤੂੰ ਆਪ ਹੀ ਸਭ ਇਖਤਿਆਰ ਵਾਲਾ ਹੈ ਤੇ ਇੱਕ ਸਰੀਰ ਵਿੱਚ ਤੂੰ ਗਰੀਬ ਕੰਗਾਲ ਹੈ ਜੀ। ਏਕ ਮਹਿਲ ਤੂੰ ਪੰਡਿਤ ਬਖਤਾ ਏਕ ਮਹਿਲ ਖਲਹੋਤਾ। हे ਪ੍ਰਭੂ ਜੀ, हे ਵਾਹਿਗੁਰੂ ਜੀ, ਇੱਕ ਮਨੁੱਖਾ ਸਰੀਰ ਵਿੱਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈ ਤੇ ਇੱਕ ਸਰੀਰ ਵਿੱਚ ਤੂੰ ਮੂਰਖ ਬਣਿਆ ਹੋਇਆ ਹੈ ਜੀ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ ਏਕ ਮਹਿਲ ਕਛੂ ਨਾ ਲੇਤਾ। ਇੱਕ ਸਰੀਰ ਵਿੱਚ ਬੈਠ ਕੇ ਤੂੰ ਗਰੀਬਾਂ ਕਮਜ਼ੋਰਾਂ ਪਾਸੋਂ ਸਭ ਕੁਝ ਖੋ ਕੇ ਆਪਣੇ ਪਾਸ ਇਕੱਠਾ ਕਰਨ ਵਾਲਾ ਹੈ ਤੇ ਇੱਕ ਸਰੀਰ ਵਿੱਚ ਤੂੰ ਵਿਰਕਤ ਬਣ ਕੇ ਕੋਈ ਚੀਜ਼ ਵੀ ਅੰਗੀਕਾਰ ਨਹੀਂ ਕਰਦਾ ਜੀ। ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ ਖਿਲਾਵ ਨਹਾਰੋ ਜਾਣੈ। ਪਰ ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ। ਇਸ ਨੂੰ ਖਿਡਾਉਣ ਵਾਲਾ ਪ੍ਰਭੂ ਜੀ ਆਪ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ ਜੀ। ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਨੇ। ਬਾਜੀ ਖਿਡਾਉਣ ਵਾਲਾ ਪ੍ਰਭੂ ਜੀ ਬਾਜੀਗਰ ਜਿਹੋ ਜਿਹਾ ਸਾਂਗ ਰਚਾਉਂਦਾ ਹੈ ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ ਜੀ। ਅਨੇਕ ਕੋਠਰੀ ਬਹੁਤ ਭਾਂਤ ਕਰਿਆ ਆਪ ਹੋਆ ਰਖਵਾਰਾ। ਪ੍ਰਭੂ ਜੀ ਨੇ ਜਗਤ ਵਿੱਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ ਅਨੇਕ ਸਰੀਰ ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ ਸਭ ਦਾ ਰਾਖਾ ਬਣਿਆ ਹੋਇਆ ਹੈ ਜੀ। ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕਿਆ ਇਹੋ ਕਰੇ ਵਿਚਾਰਾ। ਇਹ ਵਿਚਾਰਾ ਜੀਵ ਆਪਣੇ ਆਪ ਕੁਝ ਵੀ ਕਰਨ ਜੋਗਾ ਨਹੀਂ ਹੈ। ਜਿਹੋ ਜਿਹੇ ਸਰੀਰ ਵਿੱਚ ਪਰਮਾਤਮਾ ਇਸ ਨੂੰ ਰੱਖਦਾ ਹੈ ਉਹੋ ਜਿਹੇ ਸਰੀਰ ਵਿੱਚ ਇਸ ਨੂੰ ਰਹਿਣਾ ਪੈਂਦਾ ਹੈ ਜੀ। ਜਿਨ ਕਿਛ ਕੀਆ ਸੋਈ ਜਾਣੈ ਜਿਨ ਇਹ ਸਭ ਵਿਦ ਸਾਜੀ। ਜਿਸ ਪਰਮਾਤਮਾ ਜੀ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਜੀ ਨੇ ਇਹ ਸਾਰੀ ਖੇਡ ਬਣਾਈ ਹੈ, ਉਹੀ ਇਸ ਦੇ ਭੇਦ ਨੂੰ ਜਾਣਦਾ ਹੈ ਜੀ। ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ। हे ਨਾਨਕ, ਉਹ ਪਰਮਾਤਮਾ ਜੀ ਪਰੇ ਤੋਂ ਪਰੇ ਹੈ, ਸਾਰੀ ਰਚਨਾ ਦਾ ਮਾਲਕ ਹੈ ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਛੋੜ ਛੋੜ ਰੇ ਵਿਖਿਆ ਕੇ ਰਸੂਆ। हे ਭਾਈ, ਮਾਇਆ ਦੇ ਚਸਕੇ ਛੱਡ ਦੇ ਜੀ। ਉਰਜ ਰਹੋ ਰੇ ਬਾਬਰ ਗਾਬਰ ਜਿਉ ਕਿਰਖੈ ਹਰੇ ਆਇਓ ਪਛੁਆ। ਰਹਾਓ, हे ਕਮਲੇ ਗੰਬਾਰ, ਤੂੰ ਇਹਨਾਂ ਚਸਕਿਆਂ ਵਿੱਚ ਇਉਂ ਮਸਤ ਪਿਆ ਹੈ ਜਿਵੇਂ ਕੋਈ ਪਸ਼ੂ ਹਰੇ ਖੇਤ ਵਿੱਚ ਮਸਤ ਹੁੰਦਾ ਹੈ ਜੀ। ਜੋ ਜਾਣੇ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੈ ਤੇਰੇ ਤਸੂਆ। हे ਕਮਲੇ ਜੀਵ, ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈ ਉਹ ਰੁੱਤਾ ਭਰ ਵੀ ਅੰਤ ਵੇਲੇ ਤੇਰੇ ਨਾਲ ਨਹੀਂ ਜਾਣਦੀ ਜੀ। ਨਾਂਗੋ ਆਇਓ ਨਾਂਗ ਸਦਾਸੀ ਫੇਰ ਫਿਰਿਓ ਅਰ ਕਾਲ ਗਰਸੂਆ। ਤੂੰ ਜਗਤ ਵਿੱਚ ਨੰਗਾ ਆਇਆ ਸੀ, ਇੱਥੋਂ ਨੰਗਾ ਹੀ ਚਲਾ ਜਾਏਗਾ। ਤੂੰ ਵਿਅਰਥ ਹੀ ਜੂਨਾਂ ਦੇ ਗੇੜ ਵਿੱਚ ਫਿਰ ਰਿਹਾ ਹੈ ਅਤੇ ਤੈਨੂੰ ਆਤਮਿਕ ਮੌਤ ਨੇ ਗਰਸਿਆ ਹੋਇਆ ਹੈ ਜੀ। ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਚ ਮਾਚ ਤਿਨਹੂ ਲਓ ਹਸੂਆ। हे ਕਮਲੇ ਜੀਵ, ਇਹ ਮਾਇਆ ਦੀ ਖੇਡ ਕਸੁੰਭੇ ਦੀ ਖੇਡ ਹੈ। ਇਸ ਨੂੰ ਦੇਖ ਦੇਖ ਕੇ ਤੂੰ ਇਸ ਵਿੱਚ ਮਸਤ ਹੋ ਰਿਹਾ ਹੈ ਤੇ ਇਹਨਾਂ ਪਦਾਰਥਾਂ ਨਾਲ ਖੁਸ਼
ਛੋਰਿਆ ਹੈ ਜੀ। ਛੀਜਤ ਡੋਰ ਦਿਨਸ ਅਰ ਰੈਨੀ, ਜੀ ਕੋ ਕਾਜ ਨਾ ਕੀਨੋ ਕਛੂਆ। ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ, ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਵੀ ਕੰਮ ਨਹੀਂ ਕੀਤਾ ਜੀ। ਕਰਤ ਕਰਤ ਇਬ ਹੀ ਬਿਰਧਾਨੋ, ਹਾਰਿਓ ਉਕਤੇ ਤਨ ਖੀ ਨਸੂਆ। ਮਾਇਆ ਦੇ ਧੰਦੇ ਕਰ ਕਰਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ ਤੇ ਸਰੀਰ ਲਿੱਸਾ ਹੋ ਜਾਂਦਾ ਹੈ ਜੀ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਘਟੇ ਨਹੀਂ ਰੁਚ ਚਸੂਆ। ਜਿਵੇਂ ਜਵਾਨੀ ਵੇਲੇ ਉਸ ਮੋਹਣ ਵਾਲੀ ਮਾਇਆ ਨੇ ਉਸ ਨੂੰ ਆਪਣੇ ਮੋਹ ਵਿੱਚ ਫਸਾਇਆ ਸੀ, ਉਸ ਵੱਲੋਂ ਇਸ ਦੀ ਪ੍ਰੀਤ ਰਤਾ ਵੀ ਨਹੀਂ ਘਟਦੀ ਜੀ। ਜਗ ਐਸਾ ਮੋਹੇ ਗੁਰੇ ਦਿਖਾਇਓ, ਤੋ ਛੜਨ ਪਰਿਓ ਤਜ ਕਰ ਬਸੂਆ। ਮੈਨੂੰ ਗੁਰੂ ਜੀ ਨੇ ਦਿਖਾ ਦਿੱਤਾ ਹੈ ਕਿ ਜਗਤ ਦਾ ਮੋਹ ਇਹੋ ਜਿਹਾ ਹੈ, ਤਦ ਮੈਂ ਜਗਤ ਦਾ ਮਾਣ ਛੱਡ ਕੇ ਗੁਰੂ ਦੀ ਸ਼ਰਨ ਪਿਆ ਹਾਂ ਜੀ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਇਹ ਦਾਸ ਨਾਨਕ, ਗੁਰੂ ਸੰਤ ਨੇ ਮੈਨੂੰ ਪ੍ਰਮਾਤਮਾ ਜੀ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪ੍ਰਮਾਤਮਾ ਜੀ ਦੀ ਭਗਤੀ, ਪ੍ਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਪੱਕੀ ਕਰ ਲਈ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਤੁਝ ਬਿਨ ਕਵਨ ਹਮਾਰਾ, ਤੇਥੋਂ ਬਿਨਾ ਸਾਡਾ ਹੋਰ ਕੌਣ ਸਹਾਰਾ ਹੈ ਜੀ। ਮੇਰੇ ਪ੍ਰੀਤਮ ਪ੍ਰਾਨ ਆਧਾਰਾ, ਰਹਾਓ। ਇਹ ਮੇਰੇ ਪ੍ਰੀਤਮ ਪ੍ਰਭੂ ਜੀ, ਇਹ ਮੇਰੀ ਜਿੰਦ ਦੇ ਆਸਰੇ ਪ੍ਰਭੂ ਜੀ। ਅੰਤਰ ਕੀ ਬਿਦ ਤੁਮ ਹੀ ਜਾਣੀ, ਤੁਮ ਹੀ ਸੱਜਣ ਸੁਹੇਲੇ। ਮੇਰੇ ਦਿਲ ਦੀ ਹਾਲਤ ਨੂੰ ਤੂੰ ਹੀ ਜਾਣਦਾ ਹੈ, ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੈਨੂੰ ਸੁੱਖ ਦੇਣ ਵਾਲਾ ਹੈ ਜੀ। ਸਰਬ ਸੁੱਖਾਂ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅੱਗੇ ਅਤੋਲੇ। ਹੇ ਮੇਰੇ ਅਥਾਹ ਤੇ ਅਡੋਲ ਠਾਕੁਰ, ਸਾਰੇ ਸੁੱਖ ਮੈਂ ਤੈਥੋਂ ਹੀ ਲੱਭੇ ਹਨ ਜੀ।